ਸਵਾਗਤ ਹੈ ਜੀ ਸਾਰਿਆਂ ਦਾ ਇਸ ਸਫ਼ਰ ਦੇ ਵਿੱਚ, ਜਿਹੜਾ ਸਫ਼ਰ ਪਾਰਦਰਸ਼ੀ ਦ੍ਰਿਸ਼ ਤੋਂ ਪਾਰ ਨਜ਼ਰਾਨੇ ਤੋਂ ਸ਼ੁਰੂ ਹੋਇਆ ਸੀ। ਹੁਣ ਅਸੀਂ ਪਾਰਦਰਸ਼ੀ ਦ੍ਰਿਸ਼ ਤੋਂ ਪਾਰਦ੍ਰਿਸ਼ਟੀ ਰੱਖਦੇ ਹੋਏ, ਸਫ਼ਰ ਪਾਰਦ੍ਰਿਸ਼ਟੀ ਸੀ, ਪਾਰਦ੍ਰਿਸ਼ਟੀ ਸਫ਼ਰ ਪਾਰਦਰਸ਼ੀ ਹੋ ਕੇ ਅੱਗੇ ਵਧਣ ਜਾ ਰਿਹਾ। ਤੇ ਤੁਹਾਡਾ ਨਿੱਘਾ ਜੀ ਆਇਆਂ ਨੂੰ, ਨਿੱਘਾ ਜੀ ਆਇਆਂ ਨੂੰ ਇਸ ਵਾਸਤੇ ਕਿ ਹੁਣ ਗੱਲਾਂ ਉਲਝਣ ਦੀਆਂ ਨਹੀਂ, ਸਿੱਧੀਆਂ ਸਿੱਧੀਆਂ ਹੋਣਗੀਆਂ। ਸਿੱਧੀਆਂ ਤੋਂ ਭਾਵ ਸਾਡੇ ਨਾਲ ਸੰਬੰਧਿਤ, ਸਾਡੇ ਪ੍ਰਤੀ ਸੰਬੰਧਿਤ ਤੇ ਪ੍ਰਤੀ ਸੰਬੋਧਿਤ ਵੀ। ਅਸੀਂ ਕਿਸੇ ਹੋਰ ਦੇ ਨਾਲ ਸੰਬੋਧਨ ਕਰਨਾ ਹੀ ਨਹੀਂ। ਲੋੜ ਹੈ ਵੀ ਕੀ ਸੰਬੋਧਨ ਕਰਨਾ ਵੀ ਕਿਸੇ ਨੂੰ ਕਿਉਂ? ਅਸੀਂ ਕਿਸੇ ਉੱਤੇ ਆਸ਼ਰਿਤ ਨਹੀਂ ਹਾਂ, ਅਸੀਂ ਆਤਮ ਨਿਰਭਰ ਪਹਿਲੋਂ ਹੀ ਹਾਂ। ਉਹ ਗੱਲ ਵੱਖਰੀ ਹੈ ਕਿ ਸਾਨੂੰ ਆਤਮ ਨਿਰਭਰਤਾ ਦਾ ਅਹਿਸਾਸ ਹੀ ਨਹੀਂ। ਸਾਡੇ ਮਨ 'ਚ ਵਹਿਮ ਹੈ ਕਿ ਸਾਡੇ ਕੋਲ ਆਉਣ ਵਾਲੀ ਚੀਜ਼ ਕਿਸੇ ਹੋਰ ਦੇ ਅਹਿਸਾਨ ਕਰਕੇ ਹੈ। ਹੁਣ ਫਰਕ ਸਮਝਿਓ। ਫਰਕ ਸ਼ੁਰੂਆਤ ਵਿੱਚ ਹੀ ਜੇ ਅਸੀਂ ਸਮਝਣਾ ਸ਼ੁਰੂ ਕਰ ਦਈਏ ਤਾਂ ਅੱਗੇ ਚੱਲ ਕੇ ਗੁੰਝਲ ਨਹੀਂ ਪੈਂਦੀ। ਪਾਰਦ੍ਰਿਸ਼ਟੀ ਨਿਗਾਹ ਰੱਖਣ ਦੀ ਗੱਲ ਇਸੇ ਕਰਕੇ ਹੋਈ ਸੀ ਕਿ ਸਾਡੇ ਕੋਲ ਸੱਚ ਤੇ ਝੂਠ ਦੇ ਪੈਮਾਨੇ ਤੇ ਸੱਚ ਤੇ ਝੂਠ ਦੀ ਪਛਾਣ ਕੋਈ ਬਹੁਤੀ ਸਪਸ਼ਟ ਨਹੀਂ ਹੈ। ਸਾਡੀ ਅੱਖਾਂ ਮੂਹਰੇ ਉਹੀ ਚੀਜ਼ ਸੱਚ ਬਣ ਕੇ ਵੀ ਆਉਂਦੀ ਹੈ, ਉਹੀ ਪਲ ਤੇ ਉਹੀ ਨੁਕਤਾ ਝੂਠ ਬਣ ਕੇ ਵੀ ਆਉਂਦਾ ਹੈ। ਅਸੀਂ ਜਿਉਣ ਵੇਲੇ ਜਿਉਣ ਦੀ ਗੱਲ ਕਰਦੇ ਹਾਂ, ਪਰ ਮੌਤ ਇਹੋ ਜਿਹਾ ਖਲਾ ਲੈ ਕੇ ਆਉਂਦੀ ਹੈ ਕਿ ਸਾਨੂੰ ਮੌਤ ਹੀ ਆਦਰਸ਼ ਲੱਗਣ ਲੱਗ ਪੈਂਦੀ ਹੈ। ਅਸੀਂ ਸਾਰੀ ਜ਼ਿੰਦਗੀ ਜਿਉਂਦੇ ਹਾਂ, ਸਾਡੇ ਸੰਬੰਧ ਜਿਉਂਦਿਆਂ ਨਾਲ ਨੇ। ਅਸੀਂ ਸਾਰੀ ਜ਼ਿੰਦਗੀ ਜਿਉਂਦਿਆਂ ਤੱਕ ਹੀ ਸੀਮਤ ਹਾਂ, ਪਰ ਅਸੀਂ ਫਿਰ ਵੀ ਮੌਤ ਦੀ ਡੂੰਘੀ ਜਾਣਕਾਰੀ ਲੈਣ, ਮੌਤ ਕਿਵੇਂ ਆਏਗੀ, ਕਦੋਂ ਆਏਗੀ, ਕੀ ਰੂਪ ਹੋਏਗਾ, ਇਹਨਾਂ ਫਿਕਰਾਂ ਵਿੱਚ ਵੱਡੇ ਵੱਡੇ ਗ੍ਰੰਥ ਤੱਕ ਲਿਖ ਛੱਡੇ ਗਏ। ਜ਼ਰਾ ਕੋ ਪੁੱਛਣ ਵਾਲਾ ਹੋਵੇ ਕਿ ਜਿਹੜਾ ਉਸ ਮੌਤ ਤੱਕ ਦੇ ਸਫ਼ਰ ਵਿੱਚ ਜੋ ਜੀ ਰਹੇ ਹਾਂ ਅਸੀਂ ਵਰਤਮਾਨ ਨੂੰ, ਉਹਦੇ 'ਚ ਕਰਨ ਨੂੰ ਕੁਛ ਨਹੀਂ। ਬਿਲਕੁਲ ਮੈਂ ਤੁਹਾਡੇ ਨਾਲ ਸਿਫਰ ਨਵੀਸ ਗੱਲ ਕਰ ਰਿਹਾ। ਮੈਂ ਸਿਫਰ ਹੋਣ ਦੇ ਲਈ ਗੱਲ ਕਰ ਰਿਹਾ। ਮੈਂ ਵਾਰ-ਵਾਰ ਕਹਿਣਾ ਹੁੰਦਾ, ਸਿਫਰ ਨਾਮ ਰੱਖ ਲੈਂਦਾ ਮੈਂ ਜੇ ਆਪਣੇ ਆਪ ਨੂੰ ਮੋਹਰੇ ਰੱਖਣਾ ਹੁੰਦਾ। ਸਿਫਰ ਨਵੀਸ ਨਾਮ ਰੱਖਣ ਪਿੱਛੇ ਵੀ ਇਹੀ ਸੰਬੰਧ ਹੈ ਕਿ ਅਸੀਂ ਹਜੇ ਉਸ ਚੀਜ਼ ਨੂੰ, ਨੁਕਤੇ ਨੂੰ ਸਮਝਣਾ ਹੈ, ਸਮਝ ਕੇ ਲਿਖਣਾ ਹੈ। ਲਿਖਣਾ ਕਾਹਦੇ ਵਾਸਤੇ ਹੈ? ਖੁਦ ਪੜ੍ਹਨ ਵਾਸਤੇ। ਜਿਉਣਾ ਵੀ ਇਸੇ ਵਾਸਤੇ ਹੈ। ਮੌਤ ਦਾ ਸੰਬੰਧ ਇੰਨਾ ਕੋਈ ਸੌਖਾ ਨਹੀਂ ਹੈ ਜੋ ਅਸੀਂ ਮੂਹਰੇ ਰੱਖ ਲੈਂਦੇ ਹਾਂ ਵੀ ਹਾਂ ਅਸੀਂ ਮੌਤ ਦੇ ਫਲਸਫੇ ਸਮਝ ਲਈਏ, ਫਿਰ ਮੌਤ ਦੇ ਆਉਣ ਦਾ ਇੰਤਜ਼ਾਰ ਕਰੀਏ ਤੇ ਉਵੇਂ ਦੀ ਮੌਤ ਮਰੀਏ ਤਾਂ ਅਸੀਂ ਸ਼ਾਇਦ ਚੰਗੇ ਹੋਵਾਂਗੇ। ਸਾਡੇ ਮਰੇ ਦੀ ਲਾਸ਼ ਤੋਂ ਤਾਂ ਕੋਈ ਪਾਣੀ ਵਾਰਿਆ ਵੀ ਨਹੀਂ ਪੀਂਦਾ। ਕਿਸੇ ਦੁਨੀਆ ਦਾ ਭਲਾ ਕੀ ਹੋ ਜਾਊਗਾ? ਅਸੀਂ ਇਹ ਗੱਲ ਕਿਉਂ ਨਹੀਂ ਸੋਚਦੇ? ਜਿਹੜੇ ਬੰਦੇ ਵੀ ਨਾਪੱਖ ਜੀਵਨ ਦੇ ਪ੍ਰਤੀ ਤੇ ਨਾਪੱਖ ਸੋਚ ਦੇ ਨਾਲ ਜੀਣ ਦੀ ਗੱਲ ਕਰਦੇ ਨੇ, ਉਹ ਕੋਈ ਮੈਨੂੰ ਸਮਝਾ ਦੇਣ ਜਾਂ ਖੁਦ ਨੂੰ ਹੀ ਇਹ ਗੱਲ ਸਮਝਾ ਕੇ ਦੱਸਣ ਕਿ ਮਰਿਆਂ ਤੇ ਵੀ ਕੀ ਫਾਇਦਾ ਹੋਣਾ ਤੇ ਮੌਤ ਵਰਗੀਆਂ ਗੱਲਾਂ ਕਰਨ ਦਾ ਵੀ ਕੀ ਫਾਇਦਾ ਹੋਣਾ। ਦੁਨੀਆ ਵਿੱਚ ਕਦੇ ਵੀ ਉਹ ਸਮਾਂ ਨਹੀਂ ਆਇਆ ਜਦੋਂ ਅਸੀਂ ਕਹਿ ਸਕੀਏ ਕਿ ਸੱਚਮੁੱਚ ਦੁਨੀਆ ਮੁੱਕ ਚੱਲੀ ਹੈ। ਕਿਹਦੇ ਵਾਸਤੇ ਮੁੱਕੇਗੀ? ਤੁਹਾਡੇ ਵਾਸਤੇ ਜਾਂ ਤੁਹਾਡੇ ਕਹਿਆਂ ਤੇ? ਕੱਚੀ ਮਿੱਟੀ ਦਾ ਭਾਂਡਾ, ਜਿਹੜਾ ਭਾਂਡਾ ਕਦੋਂ ਕਿੱਥੇ ਫੁੱਟ ਜਾਣਾ ਹੈ ਉਹਨੂੰ ਕੋਈ ਖਬਰ ਨਹੀਂ ਹੈ। ਉਹਦੇ ਭਾਂਡੇ ਫੁੱਟਿਆਂ ਤੇ ਦੁਨੀਆ ਜੇ ਮੁੱਕਣ ਲੱਗੀ ਤਾਂ ਫਿਰ ਦੁਨੀਆ ਦਾ ਰੱਬ ਫਿਰ ਇਕੱਲਾ ਇੱਕ ਵਿਅਕਤੀ ਨਾ ਹੋ ਗਿਆ। ਕਿਸੇ ਦੇ ਆਇਆਂ ਕੋਈ ਦੁਨੀਆ ਦੇ ਵਿੱਚ ਦੌਰ ਨਹੀਂ ਥੰਮਿਆ, ਕਿਸੇ ਦੇ ਗਿਆ ਕਿਸੇ ਨੇ ਨਹੀਂ ਮੁੱਕਣਾ। ਇਹ ਗੱਲ ਸਾਡੇ ਜ਼ਿਹਨ ਦੇ ਵਿੱਚ, ਸਾਡੇ ਦਿਲੋਂ ਦਿਮਾਗ ਦੇ ਵਿੱਚ
ਰਚਣੀ ਚਾਹੀਦੀ ਹੈ। ਇਹਨੂੰ ਨਾ ਪੱਖ ਨਾ ਸਮਝਿਆ ਜਾਵੇ। ਇਹ ਸਾਡੇ ਆਲਸ ਦਾ ਪ੍ਰਤੀਕ ਹੈ ਜਦੋਂ ਅਸੀਂ ਇਹਨਾਂ ਗੱਲਾਂ ਵਿੱਚ ਸੋਚਣ, ਸਮਝਣ, ਜਾਣਕਾਰੀ ਲੈਣ ਤੇ ਗੱਲਾਂ ਕਰਨ ਦੇ ਵਿੱਚ ਸਮਾਂ ਜ਼ਾਇਆ ਕਰਦੇ ਹਾਂ। ਸਮਾਂ ਜ਼ਾਇਆ ਨਾ ਕਰਨਾ ਹੀ ਤਾਂ ਜੀਵਨ ਹੈ। ਘੜੀ ਦੀ ਸੂਈਆਂ ਦੀ ਟਿਕ ਟਿਕ ਤੋਂ ਵੱਧ ਪਲ ਪਲ ਲੰਘੀ ਜਾ ਰਿਹਾ। ਸਵਾਸ ਸਵਾਸ ਲੰਘਣਾ ਹੀ ਤਾਂ ਪਹਿਲੀ ਨਿਸ਼ਾਨੀ ਹੈ। ਆਪ ਹੀ ਆਪਣੇ ਨੱਕ ਤੇ ਹੱਥ ਧਰ ਕੇ ਬੰਦ ਕਰਕੇ ਵੇਖ ਲਓ, ਘੁੱਟਣ ਤੁਹਾਨੂੰ ਟਿਕਣ ਨਹੀਂ ਦੇਗੀ। ਕਿਸੇ ਗਵਈਏ ਕੋਲੋਂ ਇੰਨਾ ਪੁੱਛ ਕੇ ਵੇਖੋ, ਇਮਾਨਦਾਰੀ ਨਾਲ ਕੋਈ ਗਾਇਕ ਤੁਹਾਨੂੰ ਦੱਸ ਸਕਦਾ ਹੈ ਕਿ ਜ਼ਿਹਨੀ ਰੋਗ ਹੋਵੇ ਜਾਂ ਨਾ, ਫਿਰ ਵੀ ਗਾਉਣ ਲੱਗਿਆਂ ਉਹਦੇ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ। ਉਹਦੇ ਸੁਰ ਨਹੀਂ ਪੂਰੇ ਨਿਕਲਦੇ ਜੇ ਉਹਦੀ ਸਿਹਤ ਠੀਕ ਨਾ ਹੋਵੇ। ਕਿਸੇ ਦੌੜਾਕ ਕੋਲੋਂ ਪੁੱਛ ਲਿਓ, ਜੇ ਉਸਦੀ ਤਬੀਅਤ ਠੀਕ ਨਾ ਹੋਵੇ, ਉਹਦੀ ਪੂਰੀ ਊਰਜਾ ਨਹੀਂ ਲੱਗਦੀ ਸਰੀਰ ਦੇ ਨਾਲ, ਭਾਵੇਂ ਕਿ ਉਹਦੀ ਸਹਿਜ ਚਾਲ ਜਿਤਵਾ ਵੀ ਦੇਵੇ ਕੋਈ ਵੱਡੀ ਰੇਸ, ਕੋਈ ਵੱਡੀ ਦੌੜ ਜਿਤਵਾ ਵੀ ਦੇਵੇ, ਕੋਈ ਫਰਕ ਨਹੀਂ ਪੈਂਦਾ। ਪਰ ਜਿਸ ਨੂੰ ਉਹ ਮਾਣਦਾ ਹੈ, ਜਿਸ ਦੌੜ ਨੂੰ, ਜਿਸ ਖੇਡ ਨੂੰ ਖਿਡਾਰੀ ਮਾਣਦਾ ਹੈ, ਉਹਦੀ ਸਿਹਤ ਤੇ ਨਿਰਭਰ ਹੈ। ਜੇ ਚੰਗੀ ਸਿਹਤ ਲਈ ਇਹ ਕੁਝ ਨਿਰਭਰ ਹੈ ਤਾਂ ਫਿਰ ਜੀਵਨ ਲਈ ਕਿਉਂ ਨਹੀਂ? ਅਸੀਂ ਬਿਮਾਰਾਂ ਜਿਹੀ ਸੋਚ ਕਿਉਂ ਰੱਖੀ ਹੋਈ ਹੈ? ਹਕੂਮਤਾਂ ਪਹਿਲੋਂ ਵੀ ਵੱਖਰੇ ਅੰਦਾਜ਼ ਦੀਆਂ ਆਈਆਂ ਨੇ ਤੇ ਅੱਗੇ ਵੀ ਆਉਣਗੀਆਂ। ਭਿਆਨਕ ਪਹਿਲੋਂ ਵੀ ਦੌਰ ਸੀਗਾ, ਭਿਆਨਕ ਅੱਗੇ ਵੀ ਹੋਏਗਾ। ਪਰ ਭਿਆਨਕ ਉਹ ਹੈ ਕਿਸ ਗੱਲ ਦਾ? ਤੁਹਾਨੂੰ ਡਰ ਕਿਸ ਗੱਲ ਦਾ ਹੈ? ਤੁਹਾਡੇ ਕੋਲ ਕਰਨ ਨੂੰ ਕੀ ਹੈ? ਕੀ ਤੁਸੀਂ ਕਰ ਸਕਦੇ ਹੋ? ਚਾਹੀਦਾ ਤੇ ਸਮਾਂ ਇਹ ਹੈ ਕਿ ਸਾਡੇ ਕੋਲ ਇਸ ਗੱਲ ਦੀ ਡਿਬੇਟ ਦਾ ਰਸਤਾ ਖੁੱਲ੍ਹਾ ਹੋਵੇ ਕਿ ਅਸੀਂ ਜੋ ਹੁਣ ਤੱਕ ਕੀਤਾ ਹੈ, ਭਾਵੇਂ ਵਿਹਲੇ ਵੀ ਰਹੇ ਹਾਂ, ਉਸ ਵਿਹਲੇ ਸਮੇਂ ਦੀ ਹੋਰ ਉਪਯੋਗਤਾ ਕੀ ਹੋ ਸਕਦੀ ਸੀ। ਮੇਰੇ ਹੁਣ ਤੱਕ ਦੇ ਸਫ਼ਰ ਵਿੱਚ ਜਿੰਨਾ ਕੁ ਮੈਂ ਆਪਣੇ 26 ਸਾਲ ਦੀ ਉਮਰ ਤੱਕ ਮੈਂ ਜਿਨ੍ਹਾਂ ਵਿਸ਼ਿਆਂ 'ਚੋਂ ਲੰਘਿਆ, ਸਿੱਖਿਆ, ਸਾਹਿਤ, ਧਰਮ, ਪੰਥਕ ਖੇਤਰ ਕਹਿ ਲਓ, ਧਰਮ ਵਿਸ਼ਾ ਕਹਿ ਲਓ, ਕੁਦਰਤ ਕਹਿ ਲਓ, ਤੇ ਮੇਰਾ ਨਿੱਜੀ ਸੁਭਾਅ ਜਿਹੜਾ ਬਾਗਬਾਨੀ ਨਾਲ ਸੰਬੰਧਿਤ। ਬਾਗਬਾਨੀ ਉਹ ਵਿਸ਼ਾ ਹੈ ਮੇਰੇ ਲਈ ਜਿਹਦੇ ਵਿੱਚ ਮੈਂ ਨਾ ਤੇ ਗੋਡੀ ਕਰਨ ਨੂੰ ਬਾਹਲੀ ਜ਼ਰੂਰਤ ਸਮਝਦਾ ਹਾਂ, ਨਾ ਹੀ ਫੁੱਲਾਂ ਦੀ ਜਾਣਕਾਰੀ ਜਾਂ ਫੁੱਲਾਂ ਦੇ ਰੰਗ ਪਰਿਪੇਖ ਸਮਝਣ ਦੀ ਮੈਂ ਕੋਸ਼ਿਸ਼ ਕੀਤੀ, ਨਾ ਹੀ ਫੁੱਲਾਂ ਨੂੰ ਸਜਾਉਣ ਤੱਕ ਮੇਰੇ ਹੱਥਾਂ ਨੇ ਕੋਈ ਕੰਮ ਵਧਾਇਆ ਹੋਣਾ। ਪਰ ਫਿਰ ਵੀ ਇਹ ਵਿਸ਼ਾ ਮੇਰੇ ਲਈ ਅਜ਼ੀਜ਼ ਹੈ। ਠੀਕ ਐਵੇਂ ਹੀ ਸਾਡੇ ਕੋਲ ਜਿਹੜੇ ਆਮ ਸਾਡੇ ਜੀਵਨ ਵਿੱਚ ਜੋ ਅਸੀਂ ਦੇਖ ਰਹੇ ਹਾਂ, ਬਹੁਤਿਆਂ ਲਈ ਰਾਜਨੀਤੀ ਵੀ ਇੱਦਾਂ ਹੀ ਹੈ। ਰਾਜਨੀਤੀ ਵਿੱਚ ਹਿੱਸਾ ਨਹੀਂ ਪਾ ਸਕਦੇ ਕਿਉਂਕਿ ਐਜੂਕੇਸ਼ਨ, ਅਕੈਡਮਿਕ ਤਾਂ ਛੱਡੋ, ਜਿਹੜੀ ਲਿਆਕਤ ਰਾਜਨੀਤਿਕ ਦਿਮਾਗ ਦੀ ਹੋਣੀ ਚਾਹੀਦੀ ਹੈ ਉਹ ਵੀ ਨਹੀਂ। ਭੀੜ ਤੰਤਰ ਅਗਲਿਆਂ ਨੇ ਸਾਡੇ ਸਿਰ ਮੜਿਆ ਤੇ ਅਸੀਂ ਵੀ ਅਰਾਜਕਤਾ ਫੈਲਾਉਣ ਦੀ ਗੱਲ ਨੂੰ ਹੀ ਇਨਕਲਾਬ ਕਹਿ ਕੇ ਅੱਗੇ ਵੱਧਦੇ ਗਏ ਹਾਂ। ਗੱਲ ਉੱਥੇ ਵਿਗੜ ਗਈ। ਤੀਜੇ ਪੱਖ ਤੇ ਆ ਕੇ ਜਦੋਂ ਗੱਲ ਚੱਲਦੀ ਹੈ ਕਿਸੇ ਟੇਬਲ ਡਿਸਕਸ਼ਨ ਦੀ, ਕਿਸੇ ਗੋਲ ਮੇਜ਼ ਕਾਨਫਰੰਸ ਤੇ ਇਹਨਾਂ ਵਿਅਕਤੀਆਂ ਨੂੰ ਬਿਠਾ ਦਿਓ, ਇਹਨਾਂ ਦੀਆਂ ਮੰਗਾਂ ਰੋਟੀ ਟੁੱਕ ਤੇ ਕੱਪੜਾ, ਰੋਟੀ ਕੱਪੜਾ ਮਕਾਨ ਦੀ ਮੂਵੀ ਵਾਂਗੂ ਹੀ ਬਸ ਉਹਨਾਂ ਗੱਲਾਂ ਉੱਤੇ ਟਿਕੀ। ਉਹ ਇਹ ਨਹੀਂ ਸੋਚਦੇ ਕਿ ਜਿਹੜੀ ਗੱਲ ਮਾਲਕੀਅਤ ਦੀ ਚੱਲਦੀ ਹੋਵੇ ਉੱਥੇ ਮਜ਼ਦੂਰੀਆਂ ਦੀ ਗੱਲ ਨਹੀਂ ਚੱਲਦੀ। ਇਹ ਵਰਗੀਕਰਨ ਨਹੀਂ ਹੈ, ਇਹ ਭੇਦਭਾਵ ਨਹੀਂ ਹੈ। ਭੇਦਭਾਵ ਤੇ ਸਗੋਂ ਉਹ ਹੈ ਜਦੋਂ ਅਸੀਂ ਕਿਸੇ ਰਾਜੇ ਦੇ ਮੂਹਰੇ ਮਜ਼ਦੂਰੀ ਦੀ ਗੱਲ ਕਰੀਏ
ਉਹ ਤੁਹਾਨੂੰ ਤੁਹਾਡੀ ਲੋੜ ਤੇ ਮਜ਼ਦੂਰੀ ਦੇ ਮੁੱਲ ਨੂੰ ਨਾਪੇ, ਉਹ ਫੜਾ ਦੇਵੇ, ਤੇ ਤੁਸੀਂ ਉਹਨੂੰ ਇਹ ਸਮਝੋ ਕਿ ਹਾਂਜੀ ਸਾਨੂੰ ਨਿਆਂ ਮਿਲ ਗਿਆ। ਐਦੋਂ ਵੱਧ ਹੱਦ ਤੱਕ ਕੋਈ ਨਹੀਂ ਉਸ ਵਰਗ ਲਈ, ਔਰ ਅੱਜ ਤੱਕ ਇਹ ਹੁੰਦੀ ਆਈ ਹੈ। ਇੱਕ ਤਾਂ ਕੰਮ ਦੀ ਤੋਹੀਨ, ਅੱਜ ਦੀ ਤਾਰੀਖ ਵਿੱਚ ਜਿੱਥੋਂ ਤੱਕ ਮੁਦਰਾ ਦੇ ਪੈਮਾਨੇ ਵਧੇ ਨੇ, ਅੱਜ ਜਿੰਨੀ ਇੰਡਸਟਰੀ ਆ ਉਹ ਤਕਰੀਬਨ ਸਿੱਕਿਆਂ ਦੀ ਖੇਡ ਹੋ ਗਈ ਹੈ, ਸੰਪਦਾ ਦੀ ਖੇਡ ਹੋ ਗਈ ਹੈ। ਸਾਧਨ ਤੇ ਜਿਹੜੇ ਉਹਨਾਂ ਦੇ ਪ੍ਰੋਡਕਟ ਨੇ, ਉਹ ਲੈਣ ਦੇਣ ਤਾਂ ਹੁਣ ਮੁੱਕ ਹੀ ਗਏ। ਇਹੀ ਵਜ੍ਹਾ ਸ਼ਾਇਦ ਸਾਡੇ ਅੰਦਰ ਹੁਣ ਉਹ ਸਬਰ ਨਹੀਂ ਰਿਹਾ ਕਿ ਅਸੀਂ ਉਹ ਛੋਟੀ ਛੋਟੀਆਂ ਗੱਲਾਂ ਨੂੰ ਸਿਰਜਣ ਵੱਲ ਕੋਸ਼ਿਸ਼ ਕਰੀਏ। ਕਿੱਤਾ ਮੁਖੀ ਸਮਾਜ ਵਿੱਚ ਮੈਂ ਪਹਿਲਾਂ ਵੀ ਕਿਤੇ ਇਹ ਗੱਲ ਕਹੀ ਵੀ ਸੀ ਕਿ ਕਿੱਤਾ ਮੁਖੀ ਸਮਾਜ ਨੂੰ ਕਿੱਤੇ ਦੀ ਗੱਲ ਕਰਨੀ ਹੀ ਬਣਦੀ ਹੈ। ਸਾਨੂੰ ਪਹਿਲੇ ਇਹ ਸੋਚਣਾ ਪਏਗਾ ਆਪਣੇ ਆਪ 'ਚ ਕਿ ਅਸੀਂ ਗੱਲ ਕਹਿ ਕਿਹਦੇ ਵੱਲੋਂ ਰਹੇ ਹਾਂ। ਕਿਸੇ ਰਾਜਨੀਤਿਕ ਧੜੇ ਵੱਲੋਂ, ਕਿਸੇ ਰਾਜਨੀਤਿਕ ਸੋਚ ਵੱਲੋਂ, ਕਿਸੇ ਰਾਜਨੀਤਿਕ ਦਰਸ਼ਨ ਵੱਲੋਂ, ਜਾਂ ਸਮਾਜਿਕ ਦਰਸ਼ਨ ਵੱਲੋਂ। ਸਮਾਜ ਵਿੱਚ ਸਾਰਾ ਕੁਝ ਸਮਾਹਿਤ ਹੈ। ਉੱਥੇ ਤੁਹਾਨੂੰ ਹੋਰ ਅੱਗੇ ਹੇਠਾਂ ਉਤਰਨਾ ਪਏਗਾ, ਜਿੱਥੇ ਇਹ ਵੇਖਣਾ ਪਏਗਾ ਕਿ ਤੁਸੀਂ ਇੰਡਸਟਰੀਅਲ ਖਿੱਤੇ ਨਾਲ ਸੰਬੰਧਿਤ ਹੋ, ਉਹਨਾਂ ਦੀ ਗੱਲ ਬਿਹਤਰ ਰੱਖ ਸਕਦੇ ਹੋ, ਜਾਂ ਕਿਰਸਾਨੀ ਵਾਲੇ ਮਸਲੇ 'ਤੇ। ਜੇ ਸਮੁੱਚੇ ਰੂਪ ਦੀ ਗੱਲ ਕਰਦੇ ਹੋ ਤਾਂ ਸਮੁੱਚੇ ਰੂਪ ਦੇ ਵਿੱਚ ਵੀ ਕਦੇ ਵੀ ਕੋਈ ਵੀ ਸੰਭਾਵਨਾਵਾਂ ਖਤਮ ਨਹੀਂ ਹੋਈਆਂ। ਅੱਜ ਜੇ ਤੁਹਾਡੇ ਮਨਪਸੰਦ ਸਮੇਂ ਦਾ ਦੌਰ ਨਹੀਂ ਚੱਲ ਰਿਹਾ, ਕੱਲ੍ਹ ਨੂੰ ਤੁਹਾਡਾ ਆ ਸਕਦਾ। ਆਵੇ ਨਾ ਆਵੇ, ਇਸ ਗੱਲ ਦਾ ਮੈਨੂੰ ਕੋਈ ਫਿਕਰ ਨਹੀਂ। ਫਿਕਰ ਤਾਂ ਇਸ ਗੱਲ ਦਾ ਹੈ ਕਿ ਉਹ ਆਉਣ ਦੇ ਲਈ ਹਾਲੇ ਤੱਕ ਨਾ ਆਉਣ ਕਰਕੇ ਜਿਹੜੀ ਘੁਟਨ ਅੱਜ ਅਸੀਂ ਜੀ ਰਹੇ ਹਾਂ, ਉਹ ਤੇ ਸਾਨੂੰ ਇਹ ਵੀ ਨਿਰਣਾ ਨਹੀਂ ਕਰਨ ਦੇ ਰਹੀ ਕਿ ਕਿਹੜੀ ਚੀਜ਼ ਗਲਤ ਹੋ ਰਹੀ ਹੈ, ਕਿਹੜੀ ਸਹੀ। ਸਾਡੇ ਕੋਲ ਬੋਲਣ ਲਈ ਬਹੁਤ ਕੁਝ ਹੈ। ਇਹੀ YouTube ਦਾ ਸਾਧਨ ਹੈ, ਇਹੀ ਵੀਡੀਓ ਤੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ। ਜਿਹੋ ਜਿਹਾ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਦਾ ਦੌਰ ਹੈ, ਕਿਸੇ ਵੀ ਵਿਸ਼ੇ ਉੱਤੇ ਕੁਝ ਵੀ ਤਿੱਖੀ ਟਿੱਪਣੀ ਟੇਢੀ ਮੇਢੀ ਕਰ ਦਿਓ, ਚੀਜ਼ ਵਾਇਰਲ ਹੋ ਜਾਂਦੀ ਹੈ। ਧੰਦਾ ਬਣ ਚੁੱਕਾ ਹੈ ਨਾ। ਇਸ ਧੰਦੇ ਵਿੱਚ ਫਿਰ ਵੀ ਸਭ ਕੁਝ ਜਾਣਦੇ ਬੁੱਝਦੇ ਹੋਏ ਵੀ ਖਾਮੋਸ਼ ਬਹਿਣ ਦਾ ਸਲੀਕਾ ਤੁਹਾਨੂੰ ਕੀ ਇਸ਼ਾਰਾ ਕਰ ਰਿਹਾ? ਜੇ ਤੁਸੀਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ ਤਾਂ ਮੈਂ ਸਾਫ਼ ਸਮਝਾਂਗਾ ਕਿ ਤੁਸੀਂ ਸੁਣ ਨਹੀਂ ਰਹੇ। ਤੁਸੀਂ ਆਪਣੇ ਕਲੇਸ਼ ਨੂੰ ਜੀ ਰਹੇ ਹੋ, ਆਪਣੇ ਕਲੇਸ਼ ਦੇ ਹੱਲ ਮੇਰੇ ਕੋਲੋਂ ਜਾਂ ਕਿਸੇ ਕੋਲੋਂ ਲੱਭ ਰਹੇ ਹੋ, ਤੇ ਉਹ ਕਲੇਸ਼ ਦਾ ਹੱਲ ਵੀ ਤੁਸੀਂ ਉਹ ਸੁਣਨਾ ਚਾਹੁੰਦੇ ਹੋ ਜੋ ਤੁਹਾਨੂੰ ਪਸੰਦ ਹੈ। ਐਦਾਂ ਪਸੰਦ ਤੇ ਨਾਪਸੰਦ ਦੇ ਜੇ ਫੈਸਲੇ ਹੋਣੇ ਹੋਣ, ਫਿਰ ਕੋਰਟਾਂ ਕਚਹਿਰੀਆਂ ਦੇ ਦੰਭ ਕਦੋਂ ਦੇ ਸਫਲ ਹੋ ਗਏ ਹੋਣੇ ਸੀ। ਸਰਕਾਰ ਨੂੰ ਇੰਨਾ ਇਨਫਰਾਸਟ੍ਰਕਚਰ ਕੋਰਟ ਤੇ ਲਾਉਣ ਦੀ ਲੋੜ ਨਾ ਪੈਂਦੀ। ਸਮਝ ਦੀ ਗੱਲ ਹੈ। ਹਾਲਾਂਕਿ ਸਮਝਦਾਰੀ ਸਾਡੇ ਨੇੜਿਓਂ ਨਹੀਂ ਲੰਘੀ, ਮੈਂ ਵੀ ਉਹਨਾਂ ਵਿੱਚੋਂ ਸ਼ਾਮਿਲ ਹਾਂ। ਬਹੁਤ ਕੁਝ ਹੈ ਜੋ ਮੈਂ ਵੀ ਕਰ ਸਕਦਾ ਸੀ, ਕਰ ਸਕਦਾ ਹਾਂ, ਤੇ ਸ਼ਾਇਦ ਨਹੀਂ ਕਰ ਪਾਵਾਂਗਾ। ਪਰ ਮੈਨੂੰ ਕੋਈ ਇੰਨਾ ਸਮਝਾ ਦੇਵੇ ਕਿ ਮੇਰੇ ਕਿਸੇ ਨਾ ਪੱਖੀ ਵਿਆਕਰਣ ਤੇ ਵਿਵਹਾਰ ਦੇ ਨਾਲ ਤੁਹਾਡਾ ਕੋਈ ਭਲਾ ਹੋ ਸਕਦਾ, ਤੇ ਠੀਕ ਐਵੇਂ ਹੀ ਤੁਹਾਡੇ ਕਿਸੇ ਨਾ ਪੱਖੀ ਪ੍ਰਭਾਵ ਦੇ ਨਾਲ ਸਾਡੇ ਵਰਗਿਆਂ ਦਾ ਜਾਂ ਸਾਡੇ ਭਵਿੱਖ ਦਾ ਕੋਈ ਭਲਾ ਹੋ ਸਕਦਾ। ਤੇ ਜਮ ਕਰੋ। ਜ਼ਿੰਦਗੀ ਬਾਕੀ ਹੈ, ਸਫ਼ਰ ਆਗਾਜ਼ ਹੋਵੇ। ਵਾਰ-ਵਾਰ ਕਹੀਦਾ ਹੈ, ਜ਼ਫਰ ਨੂੰ ਠੱਲਣ ਲਈ ਸਿਫਰ ਦਾ ਸਾਜ਼ ਹੋਵੇ। ਇਤਿਹਾਸ
ਕਿਸੇ ਸਬਕ ਲਈ ਹੈ। ਜੇ ਤੁਸੀਂ ਇਤਿਹਾਸ ਤੋਂ ਸਬਕ ਨਹੀਂ ਲੈ ਪਾ ਰਹੇ, ਇਹਦਾ ਮਤਲਬ ਇਤਿਹਾਸ ਤੁਸੀਂ ਸਹੀ ਨਹੀਂ ਪੜ੍ਹ ਰਹੇ। ਜੇ ਸਹੀ ਨਹੀਂ ਪੜ੍ਹ ਰਹੇ, ਤੁਹਾਨੂੰ ਸਹੀ ਇਤਿਹਾਸ ਨਹੀਂ ਲੱਭ ਰਿਹਾ, ਤਾਂ ਤੁਹਾਨੂੰ ਸਹੀ ਇਤਿਹਾਸ ਲਿਖਣਾ ਪਏਗਾ। ਸਹੀ ਇਤਿਹਾਸ ਲਿਖਣ ਲਈ ਸਹੀ ਹੋਣਾ ਪਏਗਾ। ਤੇ ਸਹੀ ਕੀ ਹੈ, ਇਹਦੀ ਪਰਿਭਾਸ਼ਾ ਘੜਨ ਲਈ ਵੀ ਤਾਂ ਸਹੀ ਹੋਣਾ ਪਏਗਾ ਕਿ ਨਹੀਂ? ਘੱਟੋ ਘੱਟ ਨਿਰਪੱਖ ਤਾਂ ਹੋ ਲਓ। ਸਹੀ ਗਲਤ ਦੇ ਫੈਸਲੇ ਵਕਤ ਤੇ ਸਹੀ। ਜਿੱਥੇ ਸਾਡੀ ਬੋਲਣ ਦੀ ਜ਼ਰੂਰਤ ਹੈ, ਜਿੱਥੇ ਸਾਡਾ ਹੋਣਾ ਬਹੁਤ ਜ਼ਰੂਰੀ ਹੈ, ਅਸੀਂ ਉੱਥੋਂ ਗੈਰ ਹਾਜ਼ਰ ਹਾਂ। ਅੱਜ ਵੀ, ਕੱਲ ਵੀ ਸੀ। ਜਿਹੜੀ ਚੀਜ਼ ਤੇ ਅਸੀਂ ਬਹੁਤ ਕੁਝ ਸਿਰਜ ਸੰਵਾਰ ਸਕਦੇ ਸੀ ਤੇ ਅੱਜ ਵੀ ਸੰਵਾਰ ਸਕਦੇ ਹਾਂ, ਉੱਥੋਂ ਅਸੀਂ ਅੱਜ ਵੀ ਗੈਰ ਹਾਜ਼ਰ ਹਾਂ। ਹੁਣ ਇੱਥੇ ਸਵਾਲ ਉੱਠੇਗਾ ਕਿ ਕਿਹੜੀਆਂ ਕਿਹੜੀਆਂ ਗੱਲਾਂ ਨੇ, ਤੂੰ ਦੱਸ ਦੇ। ਦੱਸ ਦਾਂਗੇ, ਕੋਈ ਜਲਦੀ ਨਹੀਂ, ਪਰ ਮਸਲਾ ਫੇਰ ਵਾਪਸ ਉੱਥੇ ਹੀ ਆਏਗਾ ਕਿ ਤੁਸੀਂ ਸੁਣ ਕੇ ਕਰਨਾ ਕੀ ਹੈ। ਇਹ ਟੀਕਾ ਟਿੱਪਣੀਆਂ ਕਰਨੀਆਂ ਕਿ ਇਹ ਛੋਟੀਆਂ ਛੋਟੀਆਂ ਗੱਲਾਂ ਬੋਲ ਰਿਹਾ, ਸਾਡੇ ਤੇ ਬਲੇਮ ਦੇ ਰਿਹਾ, ਇਹ ਤਾਂ ਸਰਕਾਰ ਨੂੰ ਬਰੀ ਕਰ ਰਿਹਾ, ਇਹ ਤਾਂ ਹਕੂਮਤਾਂ ਦੇ ਦੰਭ ਨੂੰ ਪਲੋਸ ਰਿਹਾ। ਮੈਂ ਬਹੁਤਾਤ ਸਮੱਸਿਆ ਦੀ ਜੜ ਹੀ ਇਹ ਦੇਖੀ ਹੈ। ਅਸੀਂ ਉਹਨਾਂ ਦੀ ਥਾਵੇਂ ਖੁਦ ਨੂੰ ਰੱਖ ਕੇ ਤੁਰ ਨਹੀਂ ਪਾ ਰਹੇ। ਸਾਡੀ ਡਿਮਾਂਡ ਹੈ ਕਿ, ਉਦਾਹਰਨ ਵਜੋਂ ਛੋਟੀ ਜਿਹੀ ਡਿਮਾਂਡ ਦੱਸਦਾ, ਸਾਡੀ ਇੱਕ ਡਿਮਾਂਡ ਹੈ ਕਿ ਅਧਿਆਪਕ ਵਰਗ ਸਾਡੇ ਮੂਹਰੇ ਚੰਗਾ ਰੋਲ ਮਾਡਲ ਬਣ ਕੇ ਪੇਸ਼ ਹੋਵੇ। ਅਸੀਂ ਸਾਰੀ ਆਰਥਿਕਤਾ ਤੇ ਘਰ ਦਾ ਤਾਣਾ ਬਾਣਾ ਇਸ ਗੱਲ ਤੇ ਲਗਾ ਦਿੰਦੇ ਹਾਂ ਕਿ ਸਾਨੂੰ ਨੌਕਰੀ ਮਿਲ ਜਾਵੇ। ਅਸੀਂ ਸਕੂਲ ਦੇ ਉਸ ਪੋਡੀਅਮ ਉੱਤੇ ਚੜ੍ਹ ਜਾਂਦੇ ਹਾਂ ਜਿੱਥੋਂ ਖੜ੍ਹ ਕੇ ਲੈਕਚਰ ਦੇਣਾ। ਉਸ ਲੈਕਚਰ ਸਟੈਂਡ ਦੇ ਉੱਤੇ ਖੜ੍ਹ ਕੇ ਦਿੰਦੇ ਕੀ ਆ, ਬੱਚਿਓ ਇਹ ਕਲਾਸ ਤੁਹਾਡੇ ਇਸ ਵਿਸ਼ੇ ਦੀ, ਇਸ ਕਿਤਾਬ ਦੇ ਇਸ ਪਾਠ ਵਿੱਚ ਆਹ ਲਿਖਿਆ ਹੈ, ਇਸ ਦੇ ਸਵਾਲ ਦਾ ਜਵਾਬ ਕੁੰਜੀ ਖੋਲ੍ਹੋ, ਉੱਥੇ ਲਿਖਿਆ ਹੋਏਗਾ, ਉਹ ਪੜ੍ਹੋ, ਉਹਨੂੰ ਕਾਪੀ 'ਤੇ ਲਿਖ ਲਓ, ਯਾਦ ਕਰ ਲਓ ਅਤੇ ਪੇਪਰ 'ਚ ਲਿਖ ਆਉਣਾ। ਇਹ ਆਖਰੀ ਬਿਆਨ ਉਸ ਵਿਅਕਤੀ ਦਾ ਹੁੰਦਾ ਹੈ, ਉਸ ਬੀਬੀ ਦਾ ਹੁੰਦਾ ਹੈ, ਜਿਹੜੇ ਪਤਾ ਨਹੀਂ ਕਿੰਨੇ ਇਮਤਿਹਾਨ ਇਸ ਗੱਲ ਵਾਸਤੇ ਦਿੱਤੇ ਹੁੰਦੇ ਨੇ ਕਿ ਮੈਂ ਜਾ ਕੇ ਕੁਝ ਬਦਲਾਅ ਲਿਆਉਣਾ। ਕਿਤੇ ਕੋਈ ਵੀ ਤੁਸੀਂ ਲਗਾ ਲਓ, ਕੰਮ ਕੋਈ ਵੀ ਤੁਸੀਂ ਰੱਖ ਲਓ ਧਿਆਨ ਵਿੱਚ, ਉੱਥੇ ਫਿਲਹਾਲ ਆਲਸ ਤੇ ਬੇਰੁਖੀ ਸਰਮੌਰ ਹੈ। ਮੈਂ ਬੀਤੇ ਸਮੇਂ ਵਿੱਚ ਇਸ ਗੱਲ ਦੇ ਨਾਲ ਬਹੁਤ ਨੇੜਿਓਂ ਤਾਲੁਕ ਵੇਖਿਆ ਕਿ ਜਦੋਂ ਮਜ਼ਦੂਰੀਆਂ ਦਾ ਤੇ ਮਜ਼ਦੂਰਾਂ ਦਾ, ਮਜ਼ਦੂਰੀ ਦਾ ਮਸਲਾ ਤਨਖਾਹ ਦਾ, ਮਜ਼ਦੂਰਾਂ ਦਾ ਮਸਲਾ ਰੱਖ ਰਖਾਵ ਦਾ, ਤੇ ਉੱਤੋਂ ਦੀ ਕਿਸਾਨਾਂ ਦੀ ਆਪਸੀ ਤਲਖਬਾਜ਼ੀ। ਇੱਕ ਕਿਸਾਨ ਉਹਨਾਂ ਨੂੰ ਸਹੀ ਹੱਕ ਦੇ ਰਿਹਾ ਹੈ ਤੇ ਸਾਡੇ ਵਾਸਤੇ ਉਹ ਬਹੁਤ ਚੰਗਾ, ਮਤਲਬ ਗਿਣਿਆ ਜਾਂਦਾ ਚੰਗਾ ਹੈ। ਉੱਤੋਂ ਦੀ ਉਸ ਹੀ ਵਿਅਕਤੀ, ਉਸ ਕਿਸਾਨ ਦੀ, ਜ਼ਿਮੀਂਦਾਰ ਦੀ ਬਾਹਰ ਰਸੂਖਦਾਰੀ ਵੇਖੀ ਦੀ ਹੈ, ਜਿੱਥੇ ਉਹ ਇਹ ਦਰਸਾਉਂਦਾ ਥੱਕਦਾ ਨਹੀਂ ਕਿ ਮੈਂ ਆਪਣੇ ਮਜ਼ਦੂਰਾਂ ਨੂੰ ਖੁਸ਼ ਰੱਖਦਾ। ਚਲੋ ਦੱਸਣਾ ਵੀ ਠੀਕ ਹੁੰਦਾ ਕਿ ਕੋਈ ਪ੍ਰੇਰਿਤ ਹੋ ਜਾਵੇ, ਨਹੀਂ, ਉਹ ਤੇ ਪ੍ਰੇਰਣਾ ਤੋਂ ਵੀ ਗਾਹਾਂ ਵੱਧ ਉਹਨਾਂ ਨੂੰ ਆਪਣੇ ਥੱਲੇ ਲਾ ਕੇ ਰੱਖਣ ਦੀ ਜਿਸ ਵੇਲੇ ਤਸਵੀਰ ਪੇਸ਼ ਕਰਦੇ ਵੇਖੇ ਮੈਂ, ਉੱਥੇ ਕੋਈ ਇਹ ਸਮਝਾ ਦੇਵੇ ਕਿ ਇਹ ਸਾਡੇ ਅੰਦਰ ਗੁਲਾਮ ਪ੍ਰਥਾ ਦਾ ਨਵੀਨੀਕਰਨ ਨਹੀਂ ਹੈ। ਕਿਹੜੀ ਉਹ ਪ੍ਰਥਾ ਹੈ ਜਿਹਨੂੰ ਅਸੀਂ ਇਤਿਹਾਸ ਦਾ ਅੰਗ ਕਹਿ ਕੇ ਨਹੀਂ ਨਿੰਦ ਰਹੇ, ਤੇ ਕਿਹੜੀ ਉਹ ਪ੍ਰਥਾ ਹੈ ਜਿਹੜੀ ਅੱਜ ਵਰਤਮਾਨ ਦੇ ਵਿੱਚ ਅਸੀਂ ਆਪਣੇ ਰੋਜ਼ਾਨਾ ਜੀਵਨ 'ਚ ਧਾਰੀ ਨਹੀਂ ਹੋਈ। ਸਤੀ ਪ੍ਰਥਾ ਵਰਗੀਆਂ ਪ੍ਰਥਾਵਾਂ ਵੀ ਅੱਜ ਹੈਗੀਆਂ, ਕਿਤੇ ਭੱਜੀਆਂ ਨਹੀਂ ਗਈਆਂ।
ਉਹ ਗੱਲ ਵੱਖਰੀ ਹੈ ਕਿ ਹੁਣ ਸਤੀ ਪ੍ਰਥਾ ਦਾ ਉਲਟਾ ਰੂਪ ਵੀ ਅੱਗੇ ਆ ਚੁੱਕਾ ਹੈ। ਸਮਾਜ ਜਾਂ ਸਿੱਖਿਆ ਦੇ ਕਿਹੜੇ ਕਿਹੜੇ ਵਿਸ਼ੇ ਦੀ ਗੱਲ ਕਰੀਏ? ਕਰਾਂਗੇ, ਇਹ ਨਹੀਂ ਕਿ ਨਹੀਂ ਕਰਾਂਗੇ, ਪਰ ਵਾਰ-ਵਾਰ ਸਵਾਲ ਤੁਹਾਡੇ ਉੱਤੇ ਆ ਕੇ ਟਿਕ ਜਾਏਗਾ ਕਿ ਤੁਸੀਂ ਇਹਨਾਂ ਵਿਸ਼ਿਆਂ ਨੂੰ ਜਾਂ ਖਿਚੜੀ ਬਣਾਉਣਾ ਜਾਂ ਦਲੀਆ ਬਣਾਉਣਾ, ਜਾਂ ਇੱਕ ਤਾਣੀ ਦੀ ਸੁਲਝੀ ਤੰਦ ਵਾਂਗੂ ਸਵਾਰ ਕੇ ਦੁਬਾਰਾ ਪਿੰਜਣਾ ਹੈ। ਆਪਣੇ ਨਗੰਦਿਆਂ ਨੂੰ ਕੱਸ ਲਓ, ਧੁਣਕੀ ਤਿਆਰ ਰੱਖੋ। ਵਿਸ਼ੇ ਲੈ ਲੈ ਕੇ ਤੁਹਾਡੇ ਸਨਮੁਖ ਹਾਜ਼ਰ ਹੁੰਦਾ ਰਵਾਂਗਾ, ਭਾਵੇਂ ਕਿਰਸਾਣੀ ਦੇ ਮਸਲੇ ਹੋਣ, ਭਾਵੇਂ ਬਚਪਨ ਦੇ, ਭਾਵੇਂ ਸਿੱਖਿਆ ਦੇ, ਤੇ ਜੇ ਕਿਤੇ ਸਮਾਂ ਲੱਗਿਆ ਤਾਂ ਇਤਿਹਾਸ ਦੇ ਵਰਕੇ ਵੀ ਫਰੋਲਣ ਦੀ ਕੋਸ਼ਿਸ਼ ਕਰ ਲਵਾਂਗੇ। ਕੋਈ ਵੱਡੀ ਗੱਲ ਨਹੀਂ, ਪਰ ਹੱਲ ਉਸੇ ਗੱਲ ਤੇ ਆ ਕੇ ਆਣਾ, ਅੱਜ ਜੀ ਰਹੇ ਹੋ ਤੁਸੀਂ, ਕੱਲ ਦੇ ਲਈ ਜੀਣਾ ਹੈ। ਵਿਸ਼ੇ ਕੱਲ ਦੇ ਲਈ ਸਿਰਜੇ ਜਾਣੇ ਨੇ। ਉਸ ਦੇ ਵਿੱਚ ਨਾ ਤੇ ਇਤਿਹਾਸ ਪ੍ਰਤੀ ਸਾਡੀ ਈਰਖਾ ਹੋਣੀ ਚਾਹੀਦੀ ਹੈ, ਨਾ ਨਫ਼ਰਤ, ਤੇ ਨਾ ਹੀ ਵਰਤਮਾਨ ਦੇ ਵਿੱਚ ਘੁਟਨ। ਕੁਛ ਨਹੀਂ ਮੁੱਕਿਆ, ਨਾ ਮੁੱਕਣਾ। ਜੀਓ, ਜੀ ਉੱਠੋ, ਤੇ ਹੋ ਸਕੇ ਦੂਜਿਆਂ ਨੂੰ ਵੀ ਨਾਲ ਲੈ ਲੈ ਚੱਲੋ। ਇਕਜੁੱਟ ਹੋਣ ਦਾ ਸਮਾਂ ਹੈ। ਇਕਜੁੱਟ ਹੋਣ ਦਾ ਮਕਸਦ ਇੱਥੇ ਕਿਸੇ ਨਾਲ ਟਕਰਾਉਣਾ ਨਹੀਂ। ਗੁਰ ਇਤਿਹਾਸ ਦੀ ਗੱਲ ਟੂਕ ਮਾਤਰ ਕਹਿ ਕੇ ਮੈਂ ਸਮਾਪਤੀ ਕਰਦਾ ਕਿ ਜਿਸ ਇਤਿਹਾਸ ਦਾ ਵੇਰਵਾ ਦੇ ਦੇ ਅਸੀਂ ਇਨਕਲਾਬ ਦੀ ਗੱਲ ਕਰਦੇ ਹਾਂ, ਉਸ ਇਤਿਹਾਸ ਨੇ ਇਨਕਲਾਬ ਲਿਆਂਦਾ ਹੀ ਇਹ ਸੀ ਕਿ ਸਮਾਜ ਇਕਜੁੱਟ ਹੋਣਾ ਸ਼ੁਰੂ ਹੋ ਗਿਆ ਸੀ। ਕਿਸੇ ਨੇ ਸਰਕਾਰ ਨਾਲ ਟੱਕਰ ਨਹੀਂ ਲਈ, ਕੋਈ ਸਰਕਾਰ ਨੂੰ ਆਡਾ ਲੈਣ ਗਿਆ ਨਹੀਂ, ਵੰਗਾਰਨ ਤੱਕ ਨਹੀਂ ਗਿਆ, ਬਲਕਿ ਕਿਸੇ ਨੇ ਉਸ ਹਕੂਮਤ ਨਾਲ ਲਾਗਾ ਤੇਗਾ ਹੀ ਨਹੀਂ ਰੱਖਿਆ ਕਿ ਅਸੀਂ ਤੁਹਾਡੇ ਤੇ ਡਰਦੇ ਹਾਂ ਜਾਂ ਮੁਹਤਾਜ ਹਾਂ। ਉਹਨਾਂ ਦੇ ਨਿਰਭੈ ਹੋਣ ਦਾ ਪ੍ਰਭਾਵ ਹੀ ਸਰਕਾਰਾਂ ਨੂੰ ਹਿਲਾ ਗਿਆ ਸੀਗਾ। ਇਹ ਪੱਖ ਤੁਹਾਡੇ ਸਮਝ ਆਉਂਦਾ? ਜੇ ਆਉਂਦਾ ਹੈ ਤਾਂ ਵਾਹ ਭਲੀ ਗੱਲ ਹੈ, ਜੇ ਨਹੀਂ ਆਉਂਦਾ ਤਾਂ ਕਿਰਪਾ ਕਰੋ, ਜਾਗੋ, ਹੋਸ਼ 'ਚ ਆਓ। ਉਮੀਦ ਕਰਦਾ ਹੋਸ਼ ਵਿੱਚ ਆ ਕੇ ਅੱਗੇ ਆਉਂਦੇ ਵੇਰਵੇ ਜ਼ਰੂਰ ਸੁਣੋਗੇ। ਮਿਲਦੇ ਹਾਂ। ਧੰਨਵਾਦ ਜੀ।